गुड मॉर्निंग स्टूडेंट्स। ਅੱਜ ਦਾ ਜੋ ਟੌਪਿਕ ਹੈ ਉਹ ਐਂਗੂਲਰ ਮੋਮੈਂਟਮ ਤੇ ਬੇਸਡ ਹੈ। ਜੋ ਲਾਸਟ ਟਾਈਮ ਪੜ੍ਹਿਆ ਸੀਗਾ ਆਪਾਂ ਮੋਮੈਂਟਮ ਪੜ੍ਹੀ ਸੀ, ਜਾਂ ਪਿਛਲੇ ਜੋ ਟੌਪਿਕਸ ਨੇ ਉਹਨਾਂ 'ਚ ਮੋਮੈਂਟਮ ਪੜ੍ਹੀ ਹੋਈ ਹੈ ਆਪਾਂ, ਜਾਂ ਲਾਸਟ ਟੌਪਿਕ ਆਪਾਂ ਇੰਪਲਸ ਦੇਖੀ ਸੀਗੀ। ਤਾਂ ਜੇ ਆਪਾਂ ਮੋਮੈਂਟਮ ਨੂੰ ਇੱਕ ਤਰ੍ਹਾਂ ਨਾਲ ਫੋਰਸ ਅਜ਼ਿਊਮ ਕਰ ਲਈਏ ਤਾਂ ਫੋਰਸ ਕਿਸੇ ਪੁਆਇੰਟ ਦੇ ਅਬਾਊਟ ਮੂਵਮੈਂਟ ਕ੍ਰੀਏਟ ਕਰ ਸਕਦੀ ਹੈਗੀ। ਮੀਨਸ ਜਦੋਂ ਫੋਰਸ ਕਿਸੇ ਆਬਜੈਕਟ ਤੇ ਲੱਗਦੀ ਹੈ ਤਾਂ ਉਸ ਆਬਜੈਕਟ ਨੂੰ ਫੋਰਸ ਜੋ ਹੈ ਇੱਕ ਪੁਆਇੰਟ ਦੇ ਅਬਾਊਟ ਰੋਟੇਟ ਕਰਵਾ ਸਕਦੀ ਹੈ ਜਾਂ ਇੱਕ ਲਾਈਨ ਦੇ ਅਬਾਊਟ ਰੋਟੇਟ ਕਰਵਾ ਸਕਦੀ ਹੈ। ਇਨ ਸਿਮਿਲਰ ਮੈਨਰ ਜੋ ਮੋਮੈਂਟਮ ਹੁੰਦੀ ਹੈ ਉਹ ਵੀ ਇੱਕ ਆਬਜੈਕਟ ਨੂੰ ਮਤਲਬ ਉਹਦੇ ਆਬਜੈਕਟ ਦੇ ਵਿੱਚ ਮੂਵਮੈਂਟ ਕ੍ਰੀਏਟ ਕਰ ਸਕਦੀ ਹੈ ਅਬਾਊਟ some point ਜਾਂ about some straight line, right? ਤਾਂ ਉਸ ਤਰ੍ਹਾਂ ਦੀ ਮੋਮੈਂਟਮ ਨੂੰ ਆਪਾਂ ਐਂਗੂਲਰ ਮੋਮੈਂਟਮ ਦਾ ਨਾਮ ਦੇਵਾਂਗੇ, ਰਾਈਟ? ਮਤਲਬ ਜੋ ਮੋਮੈਂਟਮ ਲੀਨੀਅਰ ਵਿੱਚ ਹੈ ਉਸੇ ਦਾ ਸੇਮ ਜੋ ਐਨਾਲੋਜੀ ਜੋ ਸਰਕੂਲਰ ਮੋਸ਼ਨ ਵਿੱਚ ਹੋਏਗੀ ਇਸ ਨੂੰ ਆਪਾਂ ਐਂਗੂਲਰ ਮੋਮੈਂਟਮ ਦਾ ਨਾਮ ਦੇਵਾਂਗੇ। ਜਿਵੇਂ ਸਪੋਜ਼ ਐਫ ਐਮ ਇਜ਼ ਮਾਸ ਆਫ ਆਬਜੈਕਟ, ਵੀ ਇਜ਼ ਵੈਲੋਸਿਟੀ ਹੈ, ਐਂਗੂਲਰ ਮੋਮੈਂਟਮ ਜੇ ਜੋ ਹੋਏਗੀ ਉਹ ਲੀਨੀਅਰ ਮੋਮੈਂਟਮ ਐਮ ਵੀ, ਠੀਕ ਹੈ, ਤੇ ਕਿਸੇ ਪੁਆਇੰਟ ਦੇ ਅਬਾਊਟ ਆ ਮੂਵਮੈਂਟ ਲਵਾਂਗੇ ਉਹ, ਰਾਈਟ? ਤੇ ਉਸ ਪੁਆਇੰਟ ਤੋਂ ਅਬਾਊਟ ਆਪਣਾ ਐਂਗੂਲਰ ਮੋਮੈਂਟਮ ਦਾ ਵੈਕਟਰ ਕਿੰਨਾ ਕੁ ਦੂਰ ਹੈਗਾ ਉਹ ਆਰ ਡਿਸਟੈਂਸ ਹੈ। ਤਾਂ ਮੋਮੈਂਟਮ ਲੀਨੀਅਰ ਮੋਮੈਂਟਮ ਇਨਟੂ ਡਿਸਟੈਂਸ ਫਰੋਮ ਦਾ ਐਕਸਿਸ ਆਫ ਰੋਟੇਸ਼ਨ, ਇਹ ਤੁਹਾਡਾ ਜਿਹੜਾ ਹੈਗਾ ਮੂਵਮੈਂਟ ਬਣ ਜਾਏਗਾ ਮੋਮੈਂਟਮ ਦਾ, ਰਾਈਟ? ਤਾਂ ਇਸ ਨੂੰ ਆਪਾਂ ਕਹਾਂਗੇ ਜੇ ਜੋ ਬਣੇਗੀ ਇਟ ਵਿਲ ਬੀ ਯੂਰ ਐਂਗੂਲਰ ਮੋਮੈਂਟਮ, right? The direction J is perpendicular to the plane for rotation, that is the direction होएगी perpendicular होएगी plane ਨੂੰ, plane ਨੂੰ ਕਿਹੜਾ plane? J plane of rotation. Also we know that the momentum vector of point is equal to algebraic sum of moment। ਆਪਾਂ ਪਿਛਲੇ ਜੋ statics ਦੇ ਚੈਪਟਰ ਸੀਗਾ ਉਸ ਪੜ੍ਹਿਆ ਸੀਗਾ, means ਜੋ ਮੂਵਮੈਂਟ ਹੁੰਦਾ ਰਿਜ਼ਲਟੈਂਟ ਦਾ is equal to algebraic sum of all the forces, ਮਤਲਬ moment of resultant about a point is equal to moment of all the forces which are equivalent to that resultant force about that point, right? So same चीज ਆਪਾਂ ਇੱਥੇ ਵੀ ਗੱਲ ਕਰ ਸਕਦੇ ਹੈਗੇ ਆ। So magnitude of angular momentum particle about O is given by, right? ਤਾਂ ਇਹ ਆਪਾਂ ਇਸ ਤਰ੍ਹਾਂ ਗੱਲ ਕਰ ਸਕਦੇ ਹੈਗੇ ਆ ਕਿ ਆ ਜੇ ਸਪੋਜ਼ ਕਰ ਲਓ ਆਬਜੈਕਟ ਹੈਗਾ ਤੇ ਇੱਕ ਕੰਪੋਨੈਂਟ ਇੱਧਰਲੇ ਪਾਸੇ ਹੋ ਜਾਏਗਾ ਐਕਸ ਐਕਸ ਵਾਲੇ ਪਾਸੇ, ਇੱਕ ਵਾਲੇ ਵਾਈ ਵਾਲੇ ਪਾਸੇ ਹੋ ਜਾਏਗਾ। ਵਾਈ ਵਾਲਾ ਕਿਉਂਕਿ ਐਂਟੀ ਕਲੋਕਵਾਈਜ਼ ਸੌਰੀ ਐਕਸ ਵਾਲਾ ਜਿਹੜਾ ਆਪਣਾ ਕਲੋਕਵਾਈਜ਼ ਰੋਟੇਟ ਕਰਵਾਏਗਾ, ਰਾਈਟ, ਮੂਵਮੈਂਟ ਕ੍ਰੀਏਟ ਕਰੇਗਾ, ਤਾਂ ਉਹ ਨੈਗੇਟਿਵ ਹੋ ਜਾਏਗਾ। ਤੇ ਜਿਹੜਾ ਵਾਈ ਵਾਲਾ ਹੈਗਾ ਐਂਟੀ ਕਲੋਕਵਾਈਜ਼ ਕ੍ਰੀਏਟ ਕਰੇਗਾ ਤਾਂ ਉਹ ਆਪਣਾ ਪੋਜ਼ਿਟਿਵ ਹੋ ਜਾਏਗਾ, ਰਾਈਟ? ਸੋ ਜਿਹੜਾ ਵਾਈ ਵਾਲਾ ਹੈਗਾ ਕੰਪੋਨੈਂਟ ਉਹ ਐਕਸ ਡਿਸਟੈਂਸ ਤੇ ਦੂਰ ਹੈਗਾ, ਤੇ ਜਿਹੜਾ ਜਿਹੜਾ ਐਕਸ ਵਾਲਾ ਵੈਲੋਸਿਟੀ ਕੰਪੋਨੈਂਟ ਹੈ ਉਹ ਵਾਈ ਡਿਸਟੈਂਸ ਤੇ ਦੂਰ ਹੈਗਾ। ਤਾਂ ਜੋ ਮੋਮੈਂਟਮ ਜੋ ਐਂਗੂਲਰ ਮੋਮੈਂਟਮ ਹੋਏਗੀ J ਇਜ਼ ਇਕੁਅਲ ਟੂ m dx dy by dt minus y dx by dt, right? So when momentum vector is resolved along perpendicular along and perpendicular radius vector drawn from the origin, तो उस केस की होएगा जो पी आर होएगा मोमेंटम अलोंग रेडियस वेक्टर, जैसे सपोज कि इस तरह लाइन खिंच गई, राइट? तो एक ਇਹਦੇ ਲੌਂਗ ਮੋਮੈਂਟਮ ਤੇ ਇੱਕ ਇਹਦੇ ਲੌਂਗ ਮੋਮੈਂਟਮ ਉਹ ਐਮ ਡੀ ਆਰ ਬਾਈ ਡੀ ਟੀ ਹੋਏਗਾ। ਤੇ ਪੀ ਥੀਟਾ ਜੋ ਹੋਏਗਾ ਮੋਮੈਂਟਮ ਪਰਪੈਂਡੀਕੁਲਰ ਟੂ ਦਾ ਰੇਡੀਅਸ ਵੈਕਟਰ ਜਿਹੜਾ ਆਹ ਵਾਲਾ, ਹਾਂ ਆਹ ਵਾਲਾ, ਜਿਵੇਂ ਇਸ ਨੂੰ ਖਿੱਚ ਗਏ ਆਪਾਂ, ਇਹ ਆਹ ਰੇਡੀਅਸ ਵੈਕਟਰ ਹੈਗਾ। ਇੱਕ ਤਾਂ ਇਹਦੇ ਲੌਂਗ ਮੋਮੈਂਟਮ ਜੋ ਹੋਏਗੀ ਐਂਗੂਲਰ ਮੋਮੈਂਟਮ ਸੌਰੀ ਆਹ ਵਾਲੀ ਹੋਏਗੀ, ਤੇ ਇੱਕ ਇਹਦੇ ਪਰਪੈਂਡੀਕੂਲਰ ਜੋ ਹੋਏਗੀ ਡਾਇਰੈਕਸ਼ਨ ਉਹ ਆਪਣੀ ਐਮ ਆਰ ਡੀ ਥੀਟਾ ਬਾਈ ਡੀ ਟੀ ਹੋਏਗੀ, ਰਾਈਟ? ਐਂਗੂਲਰ ਮੋਮੈਂਟਮ ਤੇ ਕਿਉਂਕਿ ਜਦੋਂ ਤੁਸੀਂ ਐਂਗੂਲਰ ਮੋਮੈਂਟਮ ਕੱਢਣੀ ਹੋਵੇ ਅਲੋਂਗ ਦਾ ਰੇਡੀਅਸ ਅਲੋਂਗ, ਕਿਉਂਕਿ ਹੁਣ ਇਹਦੇ ਲੌਂਗ ਦਾ ਐਂਗੂਲਰ ਮੋਮੈਂਟਮ 0 ਹੋਵੇ ਕਿਉਂਕਿ ਇਹ ਜਿਹੜਾ ਰੇਡੀਅਸ ਵੈਕਟਰ ਵਿੱਚ ਦੀ ਪਾਸ ਕਰਦਾ ਹੈਗਾ, ਰਾਈਟ? ਇਹ ਤਾਂ ਮਤਲਬ ਹੋਣਾ ਨਹੀਂ ਹੈ, ਉਸੇ ਇਫੈਕਟ ਕ੍ਰੀਏਟ ਕਰਨਾ ਨਹੀਂ। ਹਾਂ ਆ ਜਿਹੜੀ ਪਰਪੈਂਡੀਕੂਲਰ ਮੋਮੈਂਟਮ ਹੈਗੀ ਹੈ, ਮਤਲਬ ਮੋਮੈਂਟਮ ਪਰਪੈਂਡੀਕੂਲਰ ਦਾ ਰੇਡੀਅਸ ਵੈਕਟਰ, ਇਹ ਜਿਹੜੀ ਮੂਵਮੈਂਟ ਕ੍ਰੀਏਟ ਕਰ ਸਕਦੀ ਹੈਗੀ ਹੈ। ਇਹਦਾ ਡਿਸਟੈਂਸ ਤਾਂ r ਹੈਗਾ ਹੀ ਹੈ, ਤਾਂ ਇਸ ਨੂੰ ਇਸ ਵਾਲੇ ਨੂੰ r ਦੇ ਨਾਲ ਗੁਣਾ ਕਰ ਦਿਓ ਦੁਬਾਰਾ, ਰਾਈਟ?
ਤਾਂ ਜਿਹੜੀ ਐਂਗੂਲਰ ਮੋਮੈਂਟਮ ਹੋਏਗੀ ਲੋ ਪਰਪੈਂਡੀਕੂਲਰ ਟੂ ਰੇਡੀਅਸ ਵੈਕਟਰ j is equal m r square d theta by dt ਹੋਏਗੀ ਰਾਈਟ। Principle of angular momentum, let pxy be the position of particle of mass m which moves under action of force with component x and y। pxy ਕੋਈ ਪੁਆਇੰਟ ਹੈਗਾ ਜਿਹਦੇ ਉੱਪਰ ਫੋਰਸ ਲੱਗ ਰਹੀ ਹੈ, ਜਿਹਦੇ ਕੋਈ ਦੋ ਕੰਪੋਨੈਂਟ ਨੇ, x ਕੰਪੋਨੈਂਟ ਤੇ y ਕੰਪੋਨੈਂਟ ਰਾਈਟ, ਵੈਲੋਸਿਟੀ ਦੇ ਮੋਮੈਂਟਮ ਦੇ। x ਕੰਪੋਨੈਂਟ ਇੰਨਾ ਹੋ ਜਾਏਗਾ ਤੇ y ਕੰਪੋਨੈਂਟ ਇਹ ਵਾਲਾ ਹੋ ਜਾਏਗਾ। ਇਹ ਵੈਲੋਸਿਟੀ ਲੌਂਗ x ਐਕਸਿਸ ਹੋ ਗਈ, ਵੈਲੋਸਿਟੀ ਲੌਂਗ y ਐਕਸਿਸ ਹੋ ਗਈ, ਠੀਕ ਹੈ। ਮੀਨਸ ਆ ਮੋਮੈਂਟਮ ਦਾ ਕੰਪੋਨੈਂਟ ਅਲੋਂਗ x ਐਕਸਿਸ ਹੋ ਗਿਆ ਤੇ ਆ ਮੋਮੈਂਟਮ ਦਾ ਕੰਪੋਨੈਂਟ ਅਲੋਂਗ y ਐਕਸਿਸ ਹੋ ਗਿਆ। j ਜੋ ਇਸ ਦੇ ਬਰਾਬਰ ਹੈਗਾ ਰਾਈਟ, j ਨੂੰ ਡੈਰੀਵੇਟ ਕਰੋ ਵਿਦ ਰਿਸਪੈਕਟ ਟੂ t, ਜੇ t ਨੂੰ ਡੈਰੀਵੇਟ t ਦੇ ਵਿਦ ਰਿਸਪੈਕਟ ਟੂ ਡੈਰੀਵੇਟ ਕਰੋਗੇ ਤਾਂ ਇਸ ਤਰ੍ਹਾਂ ਦਾ ਬਣ ਜਾਏਗਾ, ਸਿੰਪਲੀਫਾਈ ਹੋ ਕੇ ਆ ਕੱਟੇ ਹੀ ਜਾਣਗੇ ਰਾਈਟ। ਤੁਸੀਂ ਇਸ ਨੂੰ ਤੁਸੀਂ ਰਿਪਲੇਸ ਕਰ ਸਕਦੇ ਹੋ ਇੱਥੋਂ ਰਾਈਟ, ਕੈਪੀਟਲ y ਦੇ ਨਾਲ ਰਿਪਲੇਸ ਕਰ ਸਕਦੇ ਹੋ ਰਾਈਟ, ਤੇ ਇਸ ਨੂੰ ਰਿਪਲੇਸ ਕਰ ਸਕਦੇ ਤੁਸੀਂ ਕੈਪੀਟਲ x ਦੇ ਨਾਲ। ਤਾਂ ਜੋ ਫਿਰ ਰੇਟ ਆਫ ਚੇਂਜ ਆਫ ਮੋਮੈਂਟਮ ਐਂਗੂਲਰ ਮੋਮੈਂਟਮ ਕੀ ਬਣ ਜਾਂਦਾ ਹੈਗਾ, x ਸਮਾਲ ਰਾਈਟ ਤੇ y ਕੈਪੀਟਲ ਮਾਈਨਸ y ਸਮਾਲ x ਕੈਪੀਟਲ ਇਜ਼ ਇਕੁਅਲ ਟੂ ਆਪਾਂ n ਲੈ ਲਾਂਗੇ। ਫਿਰ n ਇਜ਼ ਦ ਮੂਵਮੈਂਟ ਆਫ ਫੋਰਸ f ਅਬਾਊਟ ਰੀਜਨ, ਤੇ ਇਹ ਐਕਚੁਅਲੀ ਫੋਰਸ ਦਾ ਮੂਵਮੈਂਟ ਹੈ ਆਹ ਵਾਲਾ। ਜੇ ਆਪਾਂ ਇਸ ਐਕਸਪ੍ਰੈਸ਼ਨ ਤੁਹਾਨੂੰ ਯਾਦ ਹੋਵੇ ਸਟੈਟਿਕਸ ਦੇ ਵਿੱਚ ਕਿਸੇ ਪਰਟੀਕੂਲਰ ਪੁਆਇੰਟ ਦੇ ਅਬਾਊਟ ਜੇ ਆਪਾਂ ਮੂਵਮੈਂਟ ਨਿਕਾਲਣਾ ਹੋਵੇ ਫੋਰਸ ਦਾ ਤਾਂ ਇਹਦੇ ਬਰਾਬਰ ਹੁੰਦਾ ਹੈਗਾ ਰਾਈਟ। ਸੋ ਵੇ n is the moment of force about origin। this result is known as principle of, ਇਸੇ ਰਿਜ਼ਲਟ ਨੂੰ ਆਪਾਂ ਜਿਹੜਾ ਹੈਗਾ rate of change of angular momentum is equal to moment of force about the origin, ਇਹ ਆਪਣਾ ਮਤਲਬ principle of angular momentum ਬਣ ਜਾਂਦਾ ਹੈ। The rate of change of angular momentum of particle moving in a plane about fixed point is equal to moment of force about that point, right? ਤੇ ਪ੍ਰਿੰਸੀਪਲ ਆਫ ਕੰਜ਼ਰਵੇਸ਼ਨ ਆਫ ਐਂਗੂਲਰ ਮੋਮੈਂਟਮ ਮਤਲਬ ਜਿਹੜਾ ਰੇਟ ਆਫ ਚੇਂਜ ਹੋਏਗਾ ਉਹ ਇਟ ਵਿਲ ਬੀ 0 ਰਾਈਟ। ਸੌਰੀ ਵੀ ਹੈਵ ਇਸ ਦੇ ਮੋਮੈਂਟ ਆਫ ਵੈਨ n is equal to 0 then j ਜਿਹੜਾ ਹੈਗਾ ਕਾਂਸਟੈਂਟ ਹੋਏਗਾ, ਇਸੇ ਨੂੰ ਆਪਾਂ ਪ੍ਰਿੰਸੀਪਲ ਆਫ ਐਂਗੂਲਰ ਮੋਮੈਂਟਮ ਕਹਾਂਗੇ। ਇਹ ਪਾਰਟੀਕਲ ਇਨ ਮੋਸ਼ਨ ਦੇਰ ਇਜ਼ ਨੋ ਫੋਰਸ, ਮਤਲਬ ਬਾਹਰੋਂ ਕੋਈ ਜੋ ਫੋਰਸ ਨਾਲ ਲੱਗ ਰਹੀ ਹੋਵੇ, ਐਕਸਟਰਾ ਕੋਈ ਫੋਰਸ ਨਾਲ ਲੱਗ ਰਹੀ ਹੋਵੇ ਤਾਂ ਰੇਟ ਆਫ ਚੇਂਜ ਆਫ ਐਂਗੂਲਰ ਮੋਮੈਂਟਮ ਕਾਂਸਟੈਂਟ ਰਹੇਗਾ ਹੈ ਨਾ। ਤੇ ਇਹ ਤੁਸੀਂ ਮੈਂ ਤੁਹਾਨੂੰ ਲਾਸਟ ਟਾਈਮ ਵੀ ਐਗਜ਼ਾਮਪਲ ਕੋਟ ਕੀਤੀ ਸੀ, ਜੇ ਸਪੋਜ਼ ਕਰ ਲਓ ਕੋਈ ਲੜਕੀ ਘੁੰਮ ਰਹੀ ਹੈਗੀ ਆ ਬਾਹਾਂ ਫੈਲਾ ਕੇ ਪੈਰਾਂ ਦੇ, ਜਿਸ ਤਰ੍ਹਾਂ ਉਹ ਸਰਕਸ ਦੇ ਵਿੱਚ ਘੁੰਮਦੀਆਂ ਹੁੰਦੀਆਂ, ਬਾਹਾਂ ਫੈਲਾ ਕੇ ਜਦੋਂ ਘੁੰਮਦੀ ਹੈਗੀ ਆ ਰਾਈਟ, ਜਦੋਂ ਬਾਹਾਂ ਅੰਦਰ ਨੂੰ ਕਰੇਗੀ ਇਹਦੀ ਐਂਗੂਲਰ ਮੋਮੈਂਟਮ ਜਿਹੜੀ ਹੈਗੀ ਇੱਕਦਮ ਵੱਧ ਜਾਏਗੀ, ਸਪੀਡ ਵੱਧ ਜਾਏਗੀ। ਉਹ ਜਸਟ ਉਹ ਇਸ ਲਈ ਵੱਧਦੀ ਹੈ ਉਸਨੇ ਐਂਗੂਲਰ ਮੋਮੈਂਟਮ ਨੂੰ ਫਿਕਸ ਰੱਖਣਾ ਹੁੰਦਾ ਹੈਗਾ, ਕਿਉਂਕਿ ਬਾਹਰੋਂ ਦਾ ਕੋਈ ਫੋਰਸ ਲਗਾਈ ਨਹੀਂ, ਉਹ ਖੁਦ ਹੀ ਅੰਦਰੋਂ ਹੀ ਫੋਰਸ ਨੇ ਆਪਣੇ ਅੰਦਰੋਂ ਜਨਰੇਟ ਕੀਤੀ ਹੈ, ਬਾਹਰੋਂ ਤਾਂ ਕੋਈ ਲੱਗੀ ਨਹੀਂ ਐਕਸਟਰਨਲ ਫੋਰਸ ਰਾਈਟ। ਆ ਇੱਕ ਬੇਸਿਕ ਜਿਹਾ ਕੁਐਸਚਨ ਹੈਗਾ, ਕੰਪਿਊਟ ਐਂਗੂਲਰ ਮੋਮੈਂਟਮ ਆਫ ਨੈਪਚੂਨ ਅਬਾਊਟ ਸਨ ਗਿਵਨ ਦੈਟ ਮੂਵਸ ਇਨ ਅ ਸਰਕੂਲਰ ਆਰਬਿਟ ਆਫ ਰੇਡੀਅਸ ਤੇ ਮਾਸ ਨੈਪਚੂਨ ਦਾ ਦੇ ਰੱਖਿਆ ਹੈਗਾ। ਇਟ ਕੰਪਲੀਟਸ 1 ਰੈਵੋਲੂਸ਼ਨ ਇਨ 160, ਪੀਰੀਓਡਿਕ ਟਾਈਮ ਨਿਕਲ ਜਾਏਗਾ 165 ਸਾਲਾਂ ਦੇ ਵਿੱਚੋਂ ਰਾਈਟ, ਤੇ ਉਹ ਆਪਣਾ 5.2 10 ਦੀ ਪਾਵਰ 9 ਸੈਕਿੰਡ ਬਣਦਾ ਹੈਗਾ ਰਾਈਟ। ਤੇ ਇਸ ਨੂੰ ਆਪਾਂ 2 ਪਾਈ ਜੋ ਆਪਣਾ ਮਤਲਬ डिस्टेंस ਦੇ टाइम ਦੇ ਇਕੁਇਵਲੈਂਟ ਕਰ ਸਕਦੇ ਹੈਗੇ ਆ। ਤੁਹਾਡਾ 2 ਪਾਈ ਆਰ ਥੋੜੀ ਸਰਕਮਫਰੈਂਸ ਹੋ ਗਈ, ਵੈਲੋਸਿਟੀ ਨਾਲ ਡਿਵਾਈਡ ਕਰ ਦੋ, ਟਾਈਮ ਦੇ ਇਕੁਅਲ ਆ ਜਾਏਗਾ ਰਾਈਟ। ਵੈਲੋਸਿਟੀ ਹੋਈ ਨੇ ਨਾ ਕਿਉਂਕਿ ਉਹ ਡਿਸਟੈਂਸ ਕਵਰ ਕਰ ਰਿਹਾ ਹੈਗਾ ਇਸ ਤਰ੍ਹਾਂ ਰਾਈਟ। ਤਾਂ ਆ ਜਿਹੜਾ ਡਿਸਟੈਂਸ ਹੈਗਾ ਸੌਰੀ ਆ ਵਾਲਾ ਆ 2 ਪਾਈ ਆਰ ਹੈਗਾ, ਵੈਲੋਸਿਟੀ v ਹੈ, ਤਾਂ ਵੈਲੋਸਿਟੀ ਕਾਹਦੇ ਬਰਾਬਰ ਹੋਗੀ 2 ਪਾਈ ਆਰ ਡਿਵਾਈਡਡ ਬਾਈ ਟਾਈਮ ਟੇਕਨ ਹੈ ਨਾ। ਤਾਂ ਇਹਨਾਂ ਦੇ ਇਕੁਏਟ ਕਰ ਦੋ ਤੁਹਾਡਾ ਆ ਜਾਏਗਾ। ਇੱਥੇ ਤੁਸੀਂ ਮਤਲਬ v ਨਿਕਾਲ ਸਕਦੇ ਹੋ, ਜਦੋਂ v ਨਿਕਲੇ ਮਾਸ ਨਾਲ ਗੁਣਾ ਕਰਦੇ ਤੁਹਾਡਾ ਜਿਹੜਾ ਐਂਗੂਲਰ ਮੋਮੈਂਟਮ ਨਿਕਲਿਆ ਆਏਗੀ। ਇਸ ਤੋਂ ਅੱਗੇ ਕੁਐਸਚਨ ਹੈਗਾ, ਸ਼ੋ ਦੈਟ ਐਂਗੂਲਰ ਮੋਮੈਂਟਮ ਆਫ ਸੈਟੇਲਾਈਟ ਆਫ ਮਾਸ m which moves around the earth is this, where r is the radius of circular orbit, m is the mass of earth and g is the universal gravitational constant। so angular momentum satellite ਦੀ ਕਲੀਅਰ ਹੈ, ਜੋ j is equal mvr ਦੇ ਇਕੁਅਲ ਹੈ। ਫੋਰਸ ਆਫ ਜੋ ਫੋਰਸ ਦਾ ਲਾ ਹੈਗਾ f is equal mv square upon ਰੇਡੀਅਸ ਵੈਕਟਰ ਦੇ ਲੌਂਗ ਜੋ ਫੋਰਸ ਲੱਗੇਗੀ, ਤੇ ਫੋਰਸ ਆਫ ਡਾਇਰੈਕਸ਼ਨ ਹੈ। and force between satellite and earth
ਇਹ GM ਬੌਨ MR ਜੀ ਗ੍ਰੈਵਿਟੇਸ਼ਨਲ ਕਾਂਸਟੈਂਟ ਹੈਗਾ, ਇਹ ਨਿਊਟਨ ਗ੍ਰੈਵਿਟੇਸ਼ਨ ਲਾ ਦੇ ਅਕੋਰਡਿੰਗ ਹੈਗਾ। ਤੇ ਇਹਨਾਂ ਦੋਨਾਂ ਨੂੰ ਆਪਸ ਵਿੱਚ ਇਕੁਏਟ ਕਰ ਦੋ, ਬੈਲੈਂਸ ਕਰ ਰਹੀਆਂ ਹੋਣਗੀਆਂ ਆਪਸ ਵਿੱਚ ਇੱਕ ਦੂਜੇ ਨੂੰ, ਤੇ ਤੁਸੀਂ ਉਹ ਤੋਂ ਵੈਲੋਸਿਟੀ ਨਿਕਾਲ ਸਕਦੇ ਹੋ। ਆ ਵੈਲੋਸਿਟੀ ਨਿਕਲੇ, ਇਸ ਵੈਲੋਸਿਟੀ ਤੁਸੀਂ J = mvr ਵਾਲੇ ਪੁੱਟ ਕਰ ਦਿਓ, ਤੁਹਾਡਾ ਜਿਹੜਾ ਹੈਗਾ ਐਂਗੂਲਰ ਮੋਮੈਂਟਮ ਨਿਕਲ ਆਏਗੀ। ਇਸੇ ਤਰ੍ਹਾਂ ਅਗਲਾ ਕੁਐਸਚਨ ਹੈਗਾ, express the term of angular momentum J, kinetic energy, potential energy in term of express in term of angular momentum J, the kinetic energy, potential energy and total energy of satellite of mass m moving in a circular orbit of radius r। एंगुलर मोमेंटम जो ਆਪਾਂ ਨੂੰ ਦਿੱਤੀ ਹੈ ਇਸ ਦੇ ਇਕੁਅਲ ਹੈ, ਇਥੋਂ v ਨਿਕਾਲ ਲਾਂਗੇ। kinetic energy ਕਿੰਨੀ ਹੋਊਗੀ 1/2 mv², ਉਤੋਂ v ਦੀ ਵੈਲਿਊ ਪੁੱਟ ਕਰ ਦੋ। पोटेंशियल एनर्जी का फार्मूला हो जाता वर्क डन इन टेकिंग सैटेलाइट फ्रॉम इनफिनिटी टू दैट ऑर्बिट, है ना, इनफिनिटी तो लैके रेडियस तक लै लो, इतने अपने अंदर फोर्स आ जाएगी, राइट, फोर्स का ला आ जाएगा, वर्क डन ही आए, है ना, वर्क डन का फार्मूला है, तो यदि पोटेंशियल एनर्जी हो जाएगी, इसमें सॉल्व कर लो, ये -J² अपॉन mr² आ जाएगा, दोनों को जोड़ दो, थोड़ी टोटल एनर्जी जी सैटेलाइट की जी हैगी आ वाली आ जाएगी। बड़ा सौखा क्वेश्चन है, कोई ज़्यादा खास मुश्किल नहीं है, बस थोड़ा एक्सप्रैशनस पता होना कि पोटेंशियल एनर्जी की एक्सप्रैशन तो वैसे किनेटिक एनर्जी तो पता ही है आपको, पोटेंशियल एनर्जी की शायद थोड़ा ना आइडिया हो, वो जस्ट इंटैगरल ही होंगे है वर्क डन का, वर्क डन करना होंगे फाइन करना होंगे बाय यूजिंग द इंटैगरल। लिमिट जी होंगी, एक लिमिट वो इनफिनिटी होंगी, एक वो लिमिट होंगी है जो प्रेजेंट वो पोजीशन होंगी ऑब्जेक्ट की। तो आह क्वेश्चन भी मतलब ठीक ठाक ने, कोई ज़्यादा मुश्किल नहीं है। सैटेलाइट ऑफ मास m मूविंग इन एलिप्टिकल ऑर्बिट एज शोन इन फिगर एट पेरिगी नियरेस्ट पॉइंट, मतलब सब तो नेड़े पॉइंट होंगे अर्थ का, हैज़ टेंजेंशियल वेलोसिटी the tangential velocity जो हैगी वो vp है, determine distance ra from the earth center to the apogee farthest point, and the tangential velocity at apogee is va। मतलब इस तरह अर्थ मतलब सन ਦੇ ਅਰਾਊਂਡ ਘੁੰਮਦੀ ਹੈਗੀ ਹੈ, ਸਭ ਤੋਂ ਨੇੜੇ ਵਾਲਾ ਜਿਹੜਾ ਪੁਆਇੰਟ ਹੈਗਾ ਆਪਣਾ ਜਿਹੜਾ ਪੈਰੀਜੀ ਹੈ ਜਾਂ ਪੈਰੀਗੀ ਕਹਿ ਦਿਓ ਇਸ ਨੂੰ, ਇੱਥੇ ਵੈਲੋਸਿਟੀ vp ਹੈ, ਇੱਥੇ ਜਿਹੜੀ ਵੈਲੋਸਿਟੀ va ਹੈ, ਰਾਈਟ। ਇਸ ਵੱਲੋਂ ਕਪਲ ਰਿਲੇਸ਼ਨਸ ਫਾਈਂਡ ਕਰਨੀਆਂ ਹੈਗੀਆਂ कि आ डिस्टेंस कितना होगा, मैक्सिमम डिस्टेंस दूरी जी होगी कितनी होएगी। तो ठीक है, वही एंगुलर मोमेंटम के लॉज लगावांगे, काइनेटिक एनर्जी का लॉस सम कांस्टेंट रहेगा वगैरह वगैरह, उतों बड़ा ईजीली निकलेगा, सिंपल एक्सप्रैशन ही नहीं, अलजेब्रा ये कुछ खास नहीं है तुम, राइट। इसमें देख लो, बड़ा बढ़िया क्वेश्चन है। तो चलिए इतना ही बहुत है।